ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਕਲਾਸ 10ਵੀਂ PSEB ਦੇ ਸਿਲੇਬਸ ਵਿੱਚ ਦਰਜ ਨਾਵਲ ਇੱਕ ਹੋਰ ਨਵਾਂ ਸਾਲ ਪੜ੍ਹਾਂਗੇ। ਇਸ ਨਾਵਲ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਕਾਰਡ 1 ਸਵੇਰ, ਦੂਜਾ ਭਾਗ ਕਾਰਡ 2 ਦੁਪਹਿਰ, ਤੀਜਾ ਭਾਗ ਕਾਰਡ 3 ਸ਼ਾਮ। ਤੇ ਅੱਜ ਅਸੀਂ ਕਾਰਡ 1 ਸਵੇਰ ਬਾਰੇ ਪੜ੍ਹਾਂਗੇ। ਇਸ ਨਾਵਲ ਦੇ ਲੇਖਕ ਹਨ ਨਿਰੰਜਨ ਤਸਨੀਮ। ਆਓ ਅਸੀਂ ਸ਼ੁਰੂ ਕਰੀਏ ਨਾਵਲ ਇੱਕ ਹੋਰ ਨਵਾਂ ਸਾਲ ਕਲਾਸ 10ਵੀਂ। ਬੰਤਾ ਰਿਕਸ਼ੇ ਵਾਲਾ ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਉਸਦੀ ਉਮਰ 30-35 ਸਾਲ ਦੀ ਸੀ। ਉਹ ਹਰ ਰੋਜ਼ ਵਾਂਗ ਅੱਜ ਸਵੇਰੇ 5 ਵਜੇ ਉੱਠਿਆ। ਉਸਨੇ ਹਰ ਰੋਜ਼ ਸਵੇਰੇ 6 ਵਜੇ ਸਟੇਸ਼ਨ 'ਤੇ ਪਹੁੰਚ ਕੇ ਕਾਲਕਾ ਮੇਲ ਤੋਂ ਉਤਰਨ ਵਾਲੀਆਂ ਸਵਾਰੀਆਂ ਚੁੱਕਣੀਆਂ ਹੁੰਦੀਆਂ ਸਨ। ਪਿਛਲੇ 2 ਹਫ਼ਤਿਆਂ ਤੋਂ ਸਖਤ ਠੰਡ ਪੈ ਰਹੀ ਸੀ। ਕਈ ਦਿਨਾਂ ਤੋਂ ਧੁੰਦ ਕਾਰਨ ਸੂਰਜ ਵੀ ਦਿਖਾਈ ਨਹੀਂ ਸੀ ਦਿੰਦਾ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਉੱਠ ਕੇ ਚਾਹ ਬਣਾਏ, ਕਿਉਂਕਿ ਉਹ ਵੀ ਅੱਜ ਵੱਡੇ ਲੋਕਾਂ ਵਾਂਗ ਬਿਸਤਰਾ ਛੱਡਣ ਤੋਂ ਪਹਿਲਾਂ ਬੈੱਡ ਟੀ ਪੀਣਾ ਚਾਹੁੰਦਾ ਹੈ। ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ। ਇਸ ਪਿੱਛੋਂ ਉਹ ਚਾਹ ਪੀਤੇ ਬਿਨਾਂ ਹੀ ਠੰਡ ਵਿੱਚ ਕੰਬਦਾ ਤੇ ਤੇਜ਼ੀ ਨਾਲ ਰਿਕਸ਼ਾ ਚਲਾਉਂਦਾ ਹੋਇਆ ਸਟੇਸ਼ਨ ਵੱਲ ਨੂੰ ਚੱਲ ਪਿਆ। ਬੰਤੇ ਨੂੰ ਯਾਦ ਹੈ ਕਿ ਉਸਨੇ ਉਸ ਸਮੇਂ ਰਿਕਸ਼ਾ ਚਲਾਉਣਾ ਆਰੰਭ ਕੀਤਾ ਸੀ ਜਦੋਂ ਉਸਦੇ ਮੁੱਛ ਵੀ ਨਹੀਂ ਸੀ ਫੁੱਟੀ। ਹੁਣ ਤਾਂ ਉਸਦੇ 3 ਬੱਚੇ ਹੋ ਚੁੱਕੇ ਸਨ, 1 ਮੁੰਡਾ ਤੇ 2 ਕੁੜੀਆਂ। ਸਟੇਸ਼ਨ 'ਤੇ ਪਹੁੰਚਦੇ ਹੀ ਉਸਨੂੰ ਕਟੜਾ ਮੋਤੀ ਰਾਮ ਜਾਣ ਵਾਲਾ ਇੱਕ ਸਰਦਾਰ ਮਿਲ ਗਿਆ। ਬੰਤੇ ਨੇ ਉਸ ਤੋਂ 1.5 ਰੁਪਈਆ ਮੰਗਿਆ, ਪਰ ਉਹ 1 ਰੁਪਈਆ ਦੇਣ ਲਈ ਤਿਆਰ ਹੋਇਆ। ਬੰਤੇ ਨੇ ਉਸਨੂੰ ਰਿਕਸ਼ੇ 'ਤੇ ਬਿਠਾਇਆ ਤੇ ਮਹਿੰਗਾਈ ਬਾਰੇ ਸੋਚਣ ਲੱਗਾ। ਰਿਕਸ਼ੇ ਵਿੱਚ ਬੈਠੇ ਸਰਦਾਰ ਨਾਲ ਗੱਲਾਂ ਕਰਨ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਉਹ ਸਰਦਾਰ BA ਪਾਸ ਹੈ ਤੇ ਟਾਈਪ ਜਾਣਦਾ ਹੈ। ਉਹ ਨੌਕਰੀ ਦੀ ਤਲਾਸ਼ ਵਿੱਚ ਚੰਡੀਗੜ੍ਹ ਆਇਆ ਹੈ, ਪਰ ਅਜੇ ਤੱਕ ਉਸਨੂੰ ਕੰਮ ਨਹੀਂ ਮਿਲਿਆ। ਉਸਨੂੰ 200-250 ਰੁਪਏ ਮਹੀਨੇ ਦੀ ਨੌਕਰੀ ਮਿਲਣ ਦੀ ਆਸ ਹੈ। ਬੰਤੇ ਨੇ ਦੇਖਿਆ ਕਿ ਉਸ ਕੋਲ ਕੰਬਲ ਵੀ ਨਹੀਂ ਸੀ ਤੇ ਉਹ ਆਪਣੇ ਕੋਟ ਦੇ ਕਾਲਰਾਂ ਨਾਲ ਹੀ ਠੰਡ ਤੋਂ ਬਚਣ ਦਾ ਯਤਨ ਕਰਦਾ ਸੀ। ਬੰਤਾ ਉਸ ਨਾਲੋਂ ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ ਸੀ। ਬੰਤਾ ਆਪ ਵੀ 5ਵੀਂ ਫੇਲ ਸੀ। ਉਸਦਾ ਕਰਜ਼ਾਈ ਬਾਪੂ ਬਚਪਨ ਵਿੱਚ ਹੀ ਤੁਰ ਗਿਆ ਸੀ। ਬੰਤੇ ਨੂੰ ਆਪਣੀ ਮਾਂ ਤੇ 2 ਭੈਣਾਂ ਦਾ ਭਾਰ ਚੁੱਕਣਾ ਸੀ। ਉਹ ਪੜ੍ਹਾਈ ਛੱਡ ਕੇ ਆਪਣੇ ਬਾਪੂ ਵਾਂਗ ਖੇਤ ਮਜ਼ਦੂਰ ਬਣ ਗਿਆ। ਇੱਕ ਦਿਨ ਸਰਦਾਰ ਦੇ ਮੁੰਡੇ ਨਾਲ ਲੜਾਈ ਹੋਣ ਮਗਰੋਂ ਉਸਨੇ ਪਿੰਡ ਛੱਡ ਦਿੱਤਾ ਤੇ ਸ਼ਹਿਰ ਵੱਲ ਆ ਗਿਆ। ਕੁਝ ਸਮਾਂ ਉਹ ਦਫ਼ਤਰ ਵਿੱਚ ਚਪੜਾਸੀ ਵੀ ਰਿਹਾ, ਪਰ ਉਸਨੇ ਆਪਣੇ ਸਾਹਿਬ ਦੀ ਘਰਵਾਲੀ ਦੇ ਕਹਿਣ ਅਨੁਸਾਰ ਕੱਪੜੇ ਨਾ ਧੋਤੇ ਤਾਂ ਸਾਹਿਬ ਗੁੱਸੇ ਹੋ ਗਿਆ। ਇਸ ਤੋਂ ਪਿੱਛੋਂ ਕਦੇ ਦਫ਼ਤਰ ਨਾ ਗਿਆ। ਉਹ ਸੋਚਦਾ ਸੀ ਕਿ ਜੇ ਉਹ ਪੜ੍ਹਿਆ ਹੁੰਦਾ ਤਾਂ ਉਸਦੀ ਇਹ ਹਾਲਤ ਨਾ ਹੁੰਦੀ। ਉਸਨੇ 5ਵੀਂ ਦਾ ਇਮਤਿਹਾਨ ਦਿੱਤਾ ਸੀ, ਪਰ ਉਹ ਫੇਲ ਹੋ ਗਿਆ। ਉਹ 4ਥੀ ਪਾਸ ਅਖਵਾਉਣ ਨਾਲੋਂ 5ਵੀਂ ਫੇਲ ਅਖਵਾਉਣਾ ਚੰਗਾ ਮੰਨਦਾ ਸੀ। ਸਰਦਾਰ ਨੂੰ ਟਿਕਾਣੇ ਉਤਾਰਨ ਮਗਰੋਂ ਬੰਤਾ ਤਾਰੋ ਬਾਰੇ ਸੋਚਦਾ ਹੈ। ਤਾਰੋ ਉਸਦੀ ਕੌਣ ਹੈ? ਪਤਨੀ, ਜਿਸਨੇ ਉਸਨੂੰ ਸਵੇਰੇ ਚਾਹ ਵੀ ਨਹੀਂ ਸੀ ਪਿਲਾਈ। ਉਹ 2 ਜਮਾਤਾਂ ਪੜ੍ਹੀ ਹੋਈ ਸੀ। ਉਹ ਸੋਚਦਾ ਹੈ ਕਿ ਪੜ੍ਹੇ ਲਿਖੇ ਆਦਮੀ ਦੀ ਟੌਰ ਹੀ ਹੋਰ ਹੁੰਦੀ ਹੈ। ਉਸਨੂੰ ਯਾਦ ਹੈ ਕਿ ਉਦੋਂ ਉਸਦੀ ਟੌਰ ਵੀ ਘੱਟ ਨਹੀਂ ਸੀ ਹੁੰਦੀ ਜਦੋਂ ਉਹ ਸਹੁਰੇ ਜਾਂਦਾ ਸੀ ਤੇ ਆਪਣੇ ਹੱਥ ਵਿੱਚ ਪੰਜਾਬੀ ਦੇ ਅਖਬਾਰ ਲੈ ਜਾਂਦਾ ਸੀ ਤੇ ਸਾਰੇ ਉਸਦੇ ਹੱਥ ਵਿੱਚ ਅਖਬਾਰ ਦੇਖ ਕੇ ਹੈਰਾਨ ਹੁੰਦੇ ਸਨ। ਉਸਨੂੰ ਯਾਦ ਹੈ ਕਿ ਕਿਵੇਂ ਉਸਨੇ ਆਪਣੀ ਛੋਟੀ ਸਾਲੀ ਨੂੰ ਬੜੀ ਤੇਜ਼ੀ ਨਾਲ ਅਖਬਾਰ ਪੜ੍ਹ ਕੇ ਸੁਣਾਈ ਤੇ ਫਿਰ ਉਸਨੇ ਚਾਈ ਉਸਨੂੰ ਸੁਆਦਲੀ ਚਾਹ ਪਿਲਾਈ। ਫਿਰ ਉਹ ਇੱਕ ਖੋਖੇ ਵਿੱਚ ਬੈਠ ਕੇ ਚਾਹ ਪੀਣ ਬਾਰੇ ਸੋਚਦਾ ਹੈ ਕਿ ਉਸਨੂੰ ਦਰਬਾਰ ਸਾਹਿਬ ਜਾਣ ਵਾਲੀਆਂ 2 ਸਵਾਰੀਆਂ ਮਿਲ ਜਾਂਦੀਆਂ ਹਨ। ਬੰਤਾ ਉਹਨਾਂ ਪਾਸੋਂ 12 ਆਨੇ ਮੰਗਦਾ ਹੈ, ਪਰ ਉਹ 8 ਆਨੇ ਦੇਣੇ ਕਰਕੇ ਉਸਦੇ ਰਿਕਸ਼ੇ ਉੱਤੇ ਬੈਠ ਜਾਂਦੀਆਂ ਹਨ। ਸਵਾਰੀਆਂ ਬਹੁਤ ਭਾਰੀਆਂ ਸਨ। ਬੰਤੇ ਦਾ ਬਹੁਤ ਜ਼ੋਰ ਲੱਗ ਰਿਹਾ ਸੀ। ਬੰਤਾ ਉਹਨਾਂ ਨੂੰ ਖਾਂਦੇ ਪੀਂਦੇ ਲੋਕ ਸਮਝਦਾ ਹੈ ਜੋ ਕਿ ਆਪਣੀ ਆਦਤ ਅਨੁਸਾਰ ਤੁਰਦੇ ਨਹੀਂ, ਜਿਸ ਕਰਕੇ ਰਿਕਸ਼ੇ ਵਾਲਿਆਂ ਨੂੰ ਫਾਇਦਾ ਹੋ ਜਾਂਦਾ ਹੈ। ਰਿਕਸ਼ੇ ਵਿੱਚ ਬੈਠੀਆਂ ਦੋਵੇਂ ਸਵਾਰੀਆਂ ਪਤੀ ਪਤਨੀ ਹਨ।
ਦੋਵੇਂ ਠੰਡ ਅਤੇ ਗਰਮ ਕੱਪੜਿਆਂ ਬਾਰੇ ਗੱਲਾਂ ਕਰਦੇ ਹਨ। ਫਿਰ ਉਹ ਅਮਰੀਕਾ ਦੇ ਇਸਤਰੀ ਮਰਦਾਂ ਦੀ ਖੁਸ਼ਹਾਲੀ ਤੋਂ ਆਪਣੇ ਦੇਸ਼ ਦੀ ਗਰੀਬੀ ਬਾਰੇ ਗੱਲਾਂ ਕਰਦੇ ਹਨ। ਪਤੀ ਦੱਸਦਾ ਹੈ ਕਿ ਆਪਣੇ ਦੇਸ਼ ਦੇ ਲੋਕ ਵੀ ਉਦੋਂ ਮਨਮਰਜ਼ੀ ਦਾ ਖਾਣ ਹਟਾਉਣਗੇ ਜਦੋਂ ਗਰੀਬੀ ਹਟਾਓ ਦਾ ਪ੍ਰੋਗਰਾਮ ਸਿਰੇ ਚੜ੍ਹ ਗਿਆ। ਪਰ ਪਤਨੀ ਕਹਿੰਦੀ ਹੈ ਕਿ ਜੇਕਰ ਕੋਈ ਗਰੀਬ ਨਹੀਂ ਰਹੇਗਾ ਤਾਂ ਕੰਮ ਕਿਵੇਂ ਚੱਲੇਗਾ। ਉਹਨਾਂ ਦੀਆਂ ਗੱਲਾਂ ਸੁਣ ਕੇ ਬੰਤਾ ਵੀ ਭਵਿੱਖ ਵਿੱਚ ਆਉਣ ਵਾਲੀ ਖੁਸ਼ਹਾਲੀ ਬਾਰੇ ਸੋਚਦਾ ਹੈ। ਫਿਰ ਉਹ ਤਾਰੋ ਦੀ ਨਿੱਘਰ ਰਹੀ ਸਿਹਤ ਬਾਰੇ ਸੋਚਦਾ ਹੈ। ਫਿਰ ਸੋਚਦਾ ਹੈ ਕਿ ਔਖੀ ਘੜੀ ਲੰਘ ਗਈ, ਥੋੜ੍ਹੇ ਦਿਨਾਂ ਦੀ ਹੀ ਗੱਲ ਹੈ, ਉਹ ਜਲਦੀ ਹੀ ਅਮੀਰ ਬਣ ਜਾਵੇਗਾ। ਇੰਨੇ ਨੂੰ ਸਵਾਰੀਆਂ ਉਤਰ ਕੇ 8 ਆਨੇ ਉਸਨੂੰ ਦਿੰਦੀਆਂ ਹਨ। ਇਸ ਪ੍ਰਕਾਰ ਨਵੇਂ ਸਾਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੰਤਾ 1.5 ਰੁਪਇਆ ਕਮਾ ਲੈਂਦਾ ਹੈ। ਇਸ ਪਿੱਛੋਂ ਬੰਤੇ ਨੂੰ 70 ਪੈਸਿਆਂ ਵਿੱਚ ਬੱਸਾਂ ਦੇ ਅੱਡੇ ਤੇ ਜਾਣ ਵਾਲੀ ਕੁੜੀ ਮਿਲ ਜਾਂਦੀ ਹੈ। ਬੰਤਾ ਸੋਚਦਾ ਹੈ ਕਿ ਉਸਨੇ ਕੁੜੀ ਦੇਖੀ ਹੋਈ ਹੈ। ਉਹ ਪਰਸੋਂ ਬੱਸਾਂ ਦੇ ਅੱਡੇ ਤੋਂ ਉਸਦੇ ਰਿਕਸ਼ੇ ਵਿੱਚ ਬੈਠ ਕੇ ਇਸ ਗਲੀ ਵਿੱਚ ਆਈ ਸੀ। ਉਦੋਂ ਉਸਦੇ ਕੋਲ ਕੱਪੜੇ ਵਿੱਚ ਲਪੇਟੀ ਹੋਈ ਸਿਤਾਰ ਸੀ। ਕੁੜੀ ਸੋਹਣੀ ਸੀ ਤੇ ਜਦੋਂ ਕੋਈ ਸੋਹਣੀ ਕੁੜੀ ਉਸਦੇ ਰਿਕਸ਼ੇ ਵਿੱਚ ਬੈਠਦੀ ਸੀ ਤਾਂ ਬੰਤੇ ਦਾ ਦਿਲ ਕਰਦਾ ਸੀ ਕਿ ਰਸਤਾ ਮੁੱਕੇ ਹੀ ਨਾ, ਪਰ ਰਸਤਾ ਫਿਰ ਵੀ ਛੇਤੀ ਮੁੱਕ ਜਾਂਦਾ ਸੀ ਤੇ ਉਹ ਸੋਚਦਾ ਸੀ ਕਿ ਉਸਨੂੰ ਅਜਿਹੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਪਰ ਫਿਰ ਵੀ ਉਹ ਸੋਚਦਾ ਹੈ ਕਿ ਕਿਸੇ ਦਾ ਬੁਰਾ ਤਾਂ ਨਹੀਂ ਕਰ ਰਿਹਾ, ਇਸ ਕਰਕੇ ਇਹ ਕੋਈ ਮਾੜੀ ਗੱਲ ਨਹੀਂ। ਹੁਣ ਬੰਤੇ ਨੂੰ ਇੱਕ ਦਿਨ ਦੀ ਘਟਨਾ ਯਾਦ ਆਉਂਦੀ ਹੈ। 2 ਕੁੜੀਆਂ ਨੇ ਹਰ ਰੋਜ਼ ਸਕੂਲ ਜਾਣ ਲਈ ਉਸਦਾ ਰਿਕਸ਼ਾ ਮਹੀਨੇ ਲਈ ਕੀਤਾ ਹੋਇਆ ਸੀ। ਇੱਕ ਦਿਨ ਸ਼ਾਮ ਨੂੰ ਉਹਨਾਂ ਨੂੰ ਸਕੂਲ ਘਰੋਂ ਲਿਜਾ ਰਿਹਾ ਸੀ ਕਿ ਕਾਲਜ ਦੇ ਕੁਝ ਸਾਈਕਲ ਸਵਾਰ ਮੁੰਡੇ ਉਹਨਾਂ ਨੂੰ ਮਖੌਲ ਕਰਨ ਲੱਗੇ। ਬੰਤੇ ਤੋਂ ਰਿਹਾ ਨਾ ਗਿਆ। ਉਸਨੇ ਰਿਕਸ਼ਾ ਰੋਕ ਕੇ ਉਹਨਾਂ ਨੂੰ ਫੜਨਾ ਚਾਹਿਆ। ਉਹਨਾਂ ਵਿੱਚੋਂ ਇੱਕ ਤਾਂ ਸਾਈਕਲ ਤੇਜ਼ ਚਲਾ ਕੇ ਨਿਕਲ ਗਿਆ ਤੇ ਦੂਜਾ ਉਸਦੀ ਧੌਣ ਵਿੱਚ ਮੁੱਕਾ ਮਾਰ ਕੇ ਖਿਸਕ ਗਿਆ। ਬੰਤੇ ਨੇ ਉਸਨੂੰ ਦੌੜ ਕੇ ਫੜਨਾ ਚਾਹਿਆ, ਪਰ ਇੱਕ ਕੁੜੀ ਨੇ ਉਸਨੂੰ ਕਿਹਾ, "ਤੈਨੂੰ ਕਿਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ?" ਕੁੜੀਆਂ ਨੇ ਬੁਰਾ ਮਨਾਇਆ ਤੇ ਕਿਹਾ, "ਇਸ ਤਰ੍ਹਾਂ ਲੋਕ ਸਾਡਾ ਤਮਾਸ਼ਾ ਦੇਖ ਰਹੇ ਹਨ। ਉਹ ਕਦੇ ਵੀ ਹੁਣ ਤੇਰੇ ਰਿਕਸ਼ੇ ਵਿੱਚ ਨਹੀਂ ਬੈਠਣਗੀਆਂ, ਰਿਕਸ਼ਾ ਬਦਲ ਲੈਣਗੀਆਂ।" ਉਹ ਸੋਚਣ ਲੱਗਾ, ਉਸਨੂੰ ਆਪਣਾ ਕੰਮ ਕਰਨਾ ਚਾਹੀਦਾ ਸੀ। ਉਹ ਐਵੇਂ ਹੀ ਹੁਣ ਮਹੀਨਾ ਹੱਥੋਂ ਚਲਾ ਗਿਆ। ਫਿਰ ਉਸਨੇ ਜਕਦਿਆਂ ਜਕਦਿਆਂ ਰਿਕਸ਼ੇ ਵਿੱਚ ਬੈਠੀ ਕੁੜੀ ਨੂੰ ਪੁੱਛ ਹੀ ਲਿਆ ਕਿ ਉਹ ਪਰਸੋਂ ਵੀ ਉਸਦੇ ਰਿਕਸ਼ੇ ਵਿੱਚ ਬੈਠੀ ਸੀ ਤੇ ਉਸਦੇ ਹੱਥ ਵਿੱਚ ਸਿਤਾਰ ਸੀ। ਉਸ ਕੁੜੀ ਨੇ ਉੱਤਰ ਦਿੱਤਾ ਕਿ ਉਸ ਕੋਲ ਤਾਨਪੁਰਾ ਸੀ। ਅੱਡੇ ਵਿੱਚੋਂ ਉਤਰ ਕੇ ਉਸਨੇ ਬੰਤੇ ਵੱਲ 5 ਦਾ ਨੋਟ ਵਧਾਇਆ, ਪਰ ਬੰਤੇ ਕੋਲ ਭਾਣ ਨਾ ਹੋਣ ਕਰਕੇ ਉਹ ਅਖਬਾਰਾਂ ਰਸਾਲਿਆਂ ਦੀ ਦੁਕਾਨ ਵੱਲ ਨੂੰ ਹੋ ਗਈ। ਅਜੇ ਉਹ ਬਹੁਤ ਦੂਰ ਨਹੀਂ ਸੀ ਗਈ ਕਿ ਇੱਕ ਕੁੜੀ ਨੇ ਉਸਨੂੰ ਬਾਹੋਂ ਆ ਫੜਿਆ। ਪਹਿਲੀ ਕੁੜੀ ਨੇ ਦੂਜੀ ਨੂੰ ਉਸਦੇ ਵਿਆਹ ਦੀ ਮੁਬਾਰਕਬਾਦ ਦਿੱਤੀ ਤੇ ਉਸਨੂੰ ਦੱਸਿਆ ਕਿ ਅੱਜ ਸ਼ਾਮ ਜਲੰਧਰ ਰੇਡੀਓ ਸਟੇਸ਼ਨ ਤੇ ਉਸਦਾ ਪ੍ਰੋਗਰਾਮ ਹੈ। ਇਸ ਪਿੱਛੋਂ ਬੰਤਾ ਪੈਸੇ ਲੈ ਕੇ ਆਪਣੇ ਰਾਹ ਤੁਰ ਪਿਆ। ਹੁਣ ਉਸਨੂੰ ਫਿਰ ਚਾਹ ਪੀਣ ਦਾ ਖਿਆਲ ਆਉਣ ਲੱਗਾ ਤੇ ਉਹ ਸੋਚਣ ਲੱਗਾ ਕਿ ਅੱਜ ਉਸਨੇ ਹਰ ਰੋਜ਼ ਵਾਂਗ ਚਾਹ ਤੇ ਉਸਦੇ ਨਾਲ ਰਾਤ ਦੀ ਬਚੀ ਹੋਈ ਰੋਟੀ ਨਹੀਂ ਖਾਧੀ। ਉਹ ਨਵਾਂ ਸਾਲ ਚੜ੍ਹਨ ਕਰਕੇ ਖਾਣ ਪੀਣ ਵਿੱਚ ਕੁਝ ਫਰਕ ਚਾਹੁੰਦਾ ਸੀ। ਉਸਨੂੰ ਖਿਆਲ ਆਇਆ ਕਿ ਨਵੇਂ ਸਾਲ ਦੇ ਚੜ੍ਹਨ ਬਾਰੇ ਉਸਨੂੰ ਕੱਲ੍ਹ ਰਾਤੀਂ ਉਹਨਾਂ ਸਵਾਰੀਆਂ ਤੋਂ ਪਤਾ ਲੱਗਿਆ ਜੋ ਕਲੱਬ ਦੇ ਵਿੱਚੋਂ ਝੂਮਦੀਆਂ ਝਾਮਦੀਆਂ ਨਿਕਲੀਆਂ ਸਨ। ਉਸਦੇ ਰਿਕਸ਼ੇ ਵਿੱਚ ਬੈਠ ਗਈਆਂ। ਉਹ ਜੂਆ ਖੇਡ ਕੇ ਤੇ ਰੱਜ ਕੇ ਸ਼ਰਾਬ ਪੀ ਕੇ ਆਏ ਸਨ। ਦੋਵੇਂ ਸਵਾਰੀਆਂ ਅਗਲੇ ਦਿਨ ਨਵੇਂ ਸਾਲ ਚੜ੍ਹਨ ਦੇ ਪ੍ਰੋਗਰਾਮ ਬਾਰੇ ਗੱਲਾਂ ਕਰਦੀਆਂ ਉਸਨੂੰ 1 ਰੁਪਇਆ ਦੇ ਕੇ ਉਤਰ ਗਈਆਂ। ਇਹਨਾਂ ਗੱਲਾਂ ਨੂੰ ਸੋਚਣ ਪਿੱਛੋਂ ਬੰਤਾ ਇੱਕ ਹੋਟਲ ਤੇ ਬੈਠ ਕੇ ਅੱਧਾ ਕੱਪ ਦੁੱਧ ਦੀ ਚਾਹ ਪੀਂਦਾ ਹੈ ਤੇ 2 ਕੇਕ ਖਾਂਦਾ ਹੈ। ਬੰਤਾ ਤੇ ਹੋਟਲ ਵਾਲਾ ਧੁੰਦ ਬਾਰੇ ਗੱਲਾਂ ਕਰਦੇ ਹਨ ਤੇ ਫਿਰ ਨਵੇਂ ਸਾਲ ਬਾਰੇ ਚਰਚਾ ਕਰਦੇ ਹਨ। ਬੰਤਾ ਚੁੱਪ ਕਰ ਜਾਂਦਾ ਹੈ। ਫਿਰ ਸੋਚਦਾ ਹੈ ਕਿ ਉਹ ਤਾਂ ਖੁਸ਼ਕਿਸਮਤ ਹੈ ਜੋ ਬੰਦੇ ਦੀ ਜੂਨ ਭੋਗ ਰਿਹਾ ਹੈ। ਇਸ ਪਿੱਛੋਂ ਬੰਤਾ ਸਿਗਰਟ ਦੀ ਡੱਬੀ ਕੱਢ ਲੈਂਦਾ ਹੈ ਤੇ ਨਾਲ ਹੀ ਅਖਬਾਰ ਪੜ੍ਹਦਾ ਹੈ। ਬੰਤਾ ਅਖਬਾਰ ਵਿੱਚੋਂ ਗਰਮਾ ਗਰਮ ਖਬਰਾਂ ਪੜ੍ਹ ਕੇ ਸੁਣਾਉਂਦਾ ਹੈ। ਫਿਰ ਬੰਤਾ ਰਿਕਸ਼ੇ ਦੀ ਪਿਛਲੀ ਸੀਟ ਉੱਪਰ ਬੈਠ ਕੇ ਸਿਗਰਟ ਪੀਣ ਦਾ ਫੈਸਲਾ ਕਰਦਾ ਹੈ। ਸਿਗਰਟ ਦੀ ਅੱਧੀ ਡੱਬੀ ਫੂਕ ਕੇ ਬੰਤਾ ਉੱਠਣ ਦਾ ਫੈਸਲਾ ਕਰਦਾ ਹੈ ਤੇ ਫਿਰ ਸੋਚਣ ਲੱਗ ਪੈਂਦਾ ਹੈ ਕਿ ਰਿਜ਼ਕ ਬੈਠਿਆਂ ਹੀ ਮਿਲ ਜਾਂਦਾ ਹੈ। ਪਰ ਉਹ ਫਿਰ ਆਪਣੇ ਵਿਚਾਰ ਨੂੰ ਰੱਦ ਕਰ ਦਿੰਦਾ ਹੈ। ਉਹ ਸੋਚਦਾ ਹੈ ਕਿ ਉਸ ਸੇਠ ਵਰਗਿਆਂ ਨੂੰ ਘਰ ਬੈਠਿਆਂ ਰਿਜ਼ਕ ਆਉਂਦਾ ਹੈ ਜਿਨ੍ਹਾਂ ਦੇ ਕਈ ਰਿਕਸ਼ੇ ਬਣਾਏ ਹੋਏ ਹਨ। ਉਸਨੂੰ ਹਰ ਰੋਜ਼ ਘਰ ਬੈਠਿਆਂ ਕਿਰਾਇਆ ਪਹੁੰਚ ਜਾਂਦਾ ਹੈ। ਫਿਰ ਉਹ ਸਾਰਾ ਕੁਝ ਕਰਮਾਂ ਦਾ ਫਲ ਸਮਝਦਾ ਹੈ।
ਉਹ ਸੋਚਦਾ ਹੈ ਕਿ ਚੰਗਾ ਕਰਮ ਕਰਨ ਵਾਲੇ ਚੰਗਾ ਫਲ ਪਾਉਂਦੇ ਹਨ, ਬੁਰਾ ਕਰਨ ਵਾਲੇ ਬੁਰਾ ਫਲ ਪਾਉਂਦੇ ਹਨ। ਉਹ ਸੋਚਦਾ ਹੈ ਕਿ ਉਸਨੇ ਸੇਠ ਨੂੰ ਪੂਜਾ ਕਰਦਿਆਂ ਕਈ ਵਾਰੀ ਦੇਖਿਆ ਹੈ, ਪਰ ਕੰਮ ਕਰਦਿਆਂ ਨਹੀਂ। ਹੁਣ ਉਸਨੂੰ ਇੱਕ ਗਾਹਕ ਮਿਲਦਾ ਹੈ ਜੋ ਉਸਨੂੰ ਕਟੜਾ ਦੂਲੋਂ ਵਿਖੇ ਗਲੀ ਮਸਤ ਰਾਮ ਵਿੱਚ ਲਿਜਾਣ ਲਈ ਪੈਸੇ ਬਾਰੇ ਪੁੱਛਦਾ ਹੈ। ਉਸਦੇ ਨਾਲ ਉਸਦੀ ਪਤਨੀ, 3 ਬੱਚੇ ਤੇ ਸਮਾਨ ਵੀ ਸੀ। ਬੰਤੇ ਨੇ ਉਸ ਤੋਂ 2 ਰੁਪਏ ਮੰਗੇ, ਪਰ ਉਸਨੇ 1 ਰੁਪਇਆ ਦੇਣ ਲਈ ਕਿਹਾ। ਬੰਤੇ ਨੇ 1 ਰੁਪਇਆ ਨਾਮਨਜ਼ੂਰ ਕਰ ਦਿੱਤਾ। ਉਹ ਸੋਚਣ ਲੱਗਾ ਕਿ ਇੰਨੇ ਸਮਾਨ ਦੇ 2 ਰੁਪਏ ਵੀ ਘੱਟ ਹਨ। ਕੁਝ ਦੇਰ ਪਿੱਛੋਂ ਉਸ ਆਦਮੀ ਨੇ ਬੰਤੇ ਨੂੰ 2 ਰੁਪਏ ਵੀ ਦੇਣੇ ਪੱਕੇ ਕਰ ਲਏ। ਉਸਨੇ ਸਮਾਨ ਰੱਖ ਕੇ ਦੋਹਾਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਜਗ੍ਹਾ ਨਾ ਹੋਣ ਕਰਕੇ ਬੰਤੇ ਨੇ ਵੱਡੇ ਮੁੰਡੇ ਨੂੰ ਆਪਣੇ ਅੱਗੇ ਰਿਕਸ਼ੇ ਦੇ ਉੱਪਰ ਡੰਡੇ ਉੱਪਰ ਬਿਠਾ ਲਿਆ। ਉਹ ਸਾਰਿਆਂ ਤੋਂ ਅੱਗੇ ਬੈਠ ਕੇ ਬਹੁਤ ਖੁਸ਼ ਸੀ। ਬੰਤੇ ਨੂੰ ਉਹ ਲੜਕਾ ਆਪਣੇ ਲੜਕੇ ਦੀ ਉਮਰ ਦਾ ਲੱਗਦਾ ਸੀ। ਬੰਤੇ ਦੇ ਪੁੱਛਣ ਤੇ ਉਸਨੂੰ ਪਤਾ ਲੱਗਾ ਕਿ ਉਸਦਾ ਨਾਂ ਰਮਨ ਹੈ। ਉਹ ਤੀਸਰੀ ਜਮਾਤ ਵਿੱਚ ਪੜ੍ਹਦਾ ਹੈ। ਭਾਰ ਜ਼ਿਆਦਾ ਹੋਣ ਕਰਕੇ ਬੰਤਾ ਬੜੀ ਮੁਸ਼ਕਲ ਨਾਲ ਰਿਕਸ਼ਾ ਚਲਾ ਰਿਹਾ ਸੀ। ਉਹ ਆਪਣੇ ਟਿਕਾਣੇ 'ਤੇ ਉਤਰ ਜਾਂਦੇ ਹਨ ਤੇ ਬੰਤਾ ਉਹਨਾਂ ਦੇ ਉਤਰਨ ਮਗਰੋਂ ਰਮਨ ਤੇ ਆਪਣੇ ਲੜਕੇ ਫੁੰਮਣ ਦੇ ਨਾਮ ਬਾਰੇ ਯਾਦ ਕਰਦਾ ਹੈ। ਉਹ ਦੱਸਦਾ ਹੈ ਕਿ ਉਹਨਾਂ ਪਹਿਲਾਂ ਆਪਣੇ ਲੜਕੇ ਦਾ ਇਹ ਨਾਂ ਚੰਗਾ ਨਹੀਂ ਸੀ ਲੱਗਾ, ਪਰ ਪਿੱਛੋਂ ਉਸਨੂੰ ਇਹ ਨਾਂ ਚੰਗਾ ਲੱਗਣ ਲੱਗ ਪਿਆ। ਇੰਨੇ ਨੂੰ ਇੱਕ ਵਿਆਹਿਆ ਜੋੜਾ ਉਸਨੂੰ ਰੁਪਈਆ ਦੇਣ ਕਰਕੇ ਗੁਰੂ ਰਾਮਦਾਸ ਸਰਾਂ ਵੱਲ ਜਾਣ ਲਈ ਉਸਦੇ ਰਿਕਸ਼ੇ ਵਿੱਚ ਬੈਠ ਜਾਂਦਾ ਹੈ। ਬੰਤਾ ਸੋਚਦਾ ਹੈ ਕਿ ਨਵੇਂ ਵਿਆਹੇ ਜੋੜੇ ਤੋਂ ਭਾਵੇਂ ਉਹ 2 ਮੰਗ ਲੈਂਦਾ, ਉਸਨੂੰ ਨਾਂਹ ਨਹੀਂ ਸੀ ਹੋਣੀ, ਪਰ ਉਸਦਾ ਇਹ ਕੰਮ ਨਹੀਂ ਸੀ। ਉਹ ਆਪਣੇ ਸਿਰਫ ਹੱਕ ਦਾ ਹੀ ਮੰਗਦਾ ਸੀ। ਬਾਜ਼ਾਰ ਦੀ ਸਜਾਵਟ ਦੇਖ ਕੇ ਬੰਤਾ ਸਮਝ ਜਾਂਦਾ ਸੀ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਿਆਰੀਆਂ ਹਨ। ਉੱਧਰ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਸੀ। ਬੰਤੇ ਦਾ ਦਿਲ ਕਰਦਾ ਸੀ ਕਿ ਉਹ ਥੋੜ੍ਹੀ ਦੇਰ ਧੁੱਪ ਵਿੱਚ ਬੈਠ ਕੇ ਧੁੱਪ ਸੇਕੇ, ਪਰ ਗੁਰਪੁਰਬ ਹੋਣ ਕਰਕੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਦੀ ਵਿਉਂਤ ਬਣਾਉਂਦਾ ਹੈ। ਰਿਕਸ਼ੇ ਵਿੱਚ ਬੈਠਾ ਜੋੜਾ ਆਪਸ ਵਿੱਚ ਗੱਲਾਂ ਕਰ ਰਿਹਾ ਸੀ। ਵਹੁਟੀ ਕਹਿ ਰਹੀ ਸੀ ਕਿ ਉਸਨੂੰ ਭਾਬੀ ਜੀ ਨੇ ਕਿਹਾ ਸੀ ਕਿ ਉਹ ਅੱਜ ਭੀੜ ਹੋਣ ਕਰਕੇ ਬਹੁਤੇ ਗਹਿਣੇ ਨਾ ਪਾਵੇ। ਪਤੀ ਕਹਿ ਰਿਹਾ ਸੀ ਕਿ ਉਹ ਗਹਿਣਿਆਂ ਤੋਂ ਬਿਨਾਂ ਹੀ ਬਹੁਤ ਖੂਬਸੂਰਤ ਲੱਗਦੀ ਹੈ। ਤਾਂ ਫਿਰ ਕਹਿੰਦੇ ਹਨ ਕਿ ਉਸਨੂੰ ਖੂਬਸੂਰਤ ਹੋਣ ਕਰਕੇ ਹੀ ਚੁਣਿਆ ਹੈ। ਇਸ ਪਿੱਛੋਂ ਉਹ ਪਹਾੜ ਦੀ ਸੈਰ ਅਤੇ ਸਰਦੀ ਬਾਰੇ ਗੱਲਾਂ ਕਰਦੇ ਹਨ। ਇਹ ਸੁਣ ਕੇ ਬੰਤੇ ਨੂੰ ਵੀ ਕਹਿਰ ਦੀ ਸਰਦੀ ਦਾ ਖਿਆਲ ਆਉਂਦਾ ਹੈ। ਉਹ ਸੋਚਦਾ ਹੈ ਕਿ ਜੇਕਰ ਵੱਡੇ ਵੱਡੇ ਲੋਕਾਂ ਨੇ ਰਾਤ ਦਿਨ ਵੱਡੇ ਵੱਡੇ ਮੁੱਢ ਨਾ ਧੁਖਾਏ ਹੁੰਦੇ ਤਾਂ ਉਹਨਾਂ ਵਰਗੇ ਠਰਦੇ ਮਰ ਗਏ ਹੁੰਦੇ। ਉਹ ਲੋਕਾਂ ਨੂੰ ਬਹੁਤ ਦਿਆਲੂ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਇਹਨਾਂ ਵਾਂਗ ਵੰਡ ਕੇ ਛਕਿਆ ਕਰਨ। ਫਿਰ ਉਹ ਸੋਚਦਾ ਹੈ ਕਿ ਸਾਰੇ ਆਪਣਾ ਉੱਲੂ ਸਿੱਧਾ ਕਰਦੇ ਹਨ। ਚੰਗੇ ਬੰਦੇ ਦੁਨੀਆ ਵਿੱਚ ਘੱਟ ਹੀ ਹਨ। ਰਿਕਸ਼ੇ ਵਿੱਚ ਵਹੁਟੀ ਆਪਣੇ ਪਤੀ ਨੂੰ ਬੀਜੀ ਵੱਲ ਚੱਲਣ ਲਈ ਕਹਿੰਦੀ ਹੈ, ਪਰ ਪਤੀ ਕਹਿੰਦਾ ਹੈ ਘੜੀ ਮੁੜੀ ਸਹੁਰੇ ਜਾਣਾ ਚੰਗੀ ਗੱਲ ਨਹੀਂ। ਗੱਲਾਂ ਗੱਲਾਂ ਵਿੱਚ ਪਤੀ ਵਹੁਟੀ ਦੀ ਤਾਰੀਫ ਕਰਦਾ ਹੈ ਤੇ ਕਹਿੰਦਾ ਹੈ ਕਿੰਨੀ ਉੱਚੀ ਬੋਲਦੇ ਤੁਸੀਂ। ਰਿਕਸ਼ੇ ਵਾਲਾ ਸੁਣਦਾ ਹੈ ਤਾਂ ਪਤੀ ਕਹਿੰਦਾ ਹੈ ਫਿਰ ਕੀ ਕਰੀਏ, ਸੁਣਦਾ ਰਵੇ, ਸਾਨੂੰ ਕੀ। ਤਾਂ ਬੰਤਾ ਆਪਣੇ ਆਪ ਨੂੰ ਕੋਸਦਾ ਹੈ ਕਿ ਤੂੰ ਕਿਸੇ ਦੀਆਂ ਗੱਲਾਂ ਤੋਂ ਕੀ ਲੈਣਾ, ਚੁੱਪ ਕਰ। ਉਹ ਆਪਣਾ ਸੋਚਣ ਲੱਗਦਾ ਹੈ ਤੇ ਉਸਦੀ ਪਤਨੀ ਤੇ ਉਸਦੇ ਬੱਚੇ ਵੀ ਹਨ। ਉਸਦੀ ਮਾਂ ਭਾਵੇਂ ਉਸਦੀ ਪਤਨੀ ਨਾਲ ਲੜ ਕੇ ਪਿੰਡ ਚਲੀ ਗਈ ਹੈ, ਪਰ ਫਿਰ ਵੀ ਉਹ ਉਸਦੀ ਸੇਵਾ ਜ਼ਰੂਰ ਕਰੇਗਾ। ਉਸਦੀਆਂ ਅੱਖਾਂ ਦੇ ਆਪਰੇਸ਼ਨ ਬਾਰੇ ਉਹ ਸੋਚਦਾ ਹੈ। ਅੱਗੇ ਰਾਸਤਾ ਬੰਦ ਹੁੰਦਾ ਹੈ ਤੇ ਜੋੜਾ ਉਸਨੂੰ ਰੁਪਈਆ ਫੜਾ ਕੇ ਉਤਰ ਜਾਂਦਾ ਹੈ। ਬੰਤਾ ਰਿਕਸ਼ੇ ਨੂੰ ਇੱਕ ਪਾਸੇ ਖੜਾ ਕਰਕੇ ਉਸ ਨੂੰ ਜਿੰਦਰਾ ਮਾਰ ਕੇ ਆਪ ਦਰਬਾਰ ਸਾਹਿਬ ਮੱਥਾ ਟੇਕਣ ਦੀ ਤਿਆਰੀ ਕਰਦਾ ਹੈ। ਪਰ ਇੱਕ ਪਤੀ ਪਤਨੀ ਨੇ ਉਸਨੂੰ ਕਿਹਾ ਸੀ ਕਿ ਅਜੇ ਭੀੜ ਬਹੁਤ ਹੈ, ਉਹ ਉਹਨਾਂ ਨੂੰ ਰਾਮਾਨੰਦ ਦੇ ਬਾਗ ਵਿੱਚ ਛੱਡ ਆਵੇ। ਪਤੀ ਬੱਚੇ ਨੂੰ ਫੜ ਕੇ ਪਤਨੀ ਸਮੇਤ ਬੰਤੇ ਨੂੰ 75 ਪੈਸੇ ਦੇਣੇ ਕਰਕੇ ਰਿਕਸ਼ੇ ਵਿੱਚ ਬੈਠ ਜਾਂਦੇ ਹਨ। ਫਿਰ ਉਹ ਰਾਹ ਵਿੱਚ ਕਹਿੰਦੇ ਹਨ ਕਿ ਭੀੜ ਹੋਣ ਕਰਕੇ ਰਿਕਸ਼ਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ, ਇਸ ਕਰਕੇ ਉਹ ਉਸਨੂੰ 1 ਰੁਪਈਆ ਹੀ ਦੇਣਗੇ। ਉਹ ਉਸਨੂੰ ਦੱਸਦੇ ਹਨ ਕਿ ਉਹਨਾਂ ਦੇ 5 ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ। ਫਿਰ ਉਹ ਦੱਸਦੇ ਹਨ ਕਿ ਉਹਨਾਂ ਦੀ
ਜ਼ਮੀਨ ਇੰਨੀ ਹੈ ਕਿ ਭਾਵੇਂ 5 ਪੁੱਤਰ ਹੁੰਦੇ ਤਾਂ ਵੀ ਰੱਜ ਰੱਜ ਕੇ ਖਾਂਦੇ। ਬੰਤਾ ਕਹਿੰਦਾ ਕਿ ਰੱਬ ਜੋੜੀ ਰਲਾ ਦੇਵੇਗਾ। ਇਸ ਪਿੱਛੋਂ ਬੰਤਾ ਆਪਣੇ ਇਕਲੌਤੇ ਪੁੱਤਰ ਬਾਰੇ ਸੋਚਣ ਲੱਗਦਾ ਹੈ ਕਿ ਉਸਨੂੰ ਪਤੀ ਪਤਨੀ ਦੀਆਂ ਗੱਲਾਂ ਫਿਰ ਸੁਣਾਈ ਦਿੰਦੀਆਂ ਹਨ। ਉਸਨੂੰ ਪਤਾ ਲੱਗਦਾ ਹੈ ਕਿ ਕਾਕੇ ਦੇ ਹੋਣ ਦੀ ਖੁਸ਼ੀ ਵਿੱਚ ਉਹ ਦਰਬਾਰ ਸਾਹਿਬ 5.25 ਦਾ ਪ੍ਰਸ਼ਾਦ ਕਰਾ ਕੇ ਤੇ ਉਸਦਾ ਨਾਂ ਰਖਾ ਕੇ ਆਏ ਹਨ। ਫਿਰ ਉਹ ਕਹਿੰਦਾ ਹੈ ਕਿ ਹੁਣ ਭਾਵੇਂ ਉਸਦਾ ਪੁੱਤਰ ਜ਼ਮੀਨਾਂ ਸਾਂਭੇਗਾ ਪਰ ਉਹ ਕੁੜੀਆਂ ਦਾ ਹੱਕ ਵੀ ਨਹੀਂ ਰੱਖੇਗਾ। ਪਤਨੀ ਉਸਨੂੰ ਚਿਤਾਰਦੀ ਹੈ ਕਿ ਹੁਣ ਉਸਨੂੰ ਕੁੜੀਆਂ ਦਾ ਹੇਜ ਜਾਗ ਪਿਆ ਹੈ। ਪਹਿਲਾਂ ਉਹ ਕਹਿੰਦਾ ਹੁੰਦਾ ਸੀ ਕਿ ਮੁੰਡਾ ਪ੍ਰਾਪਤ ਕਰਨ ਲਈ ਹੋਰ ਵਿਆਹ ਕਰ ਲਵੇਗਾ, ਪਰ ਪਤੀ ਕਹਿੰਦਾ ਹੈ ਕਿ ਉਹ ਤਾਂ ਐਵੇਂ ਹੱਸਦਾ ਹੁੰਦਾ ਸੀ। ਇਹ ਸੁਣ ਕੇ ਬੰਤਾ ਵੀ ਸੋਚਦਾ ਹੈ ਕਿ ਉਹ ਵੀ ਆਪਣੀਆਂ ਧੀਆਂ ਨੂੰ ਆਪਣੇ ਪੁੱਤਰ ਜਿੰਨਾ ਹੀ ਪੜ੍ਹਾਏਗਾ, ਕਿਉਂਕਿ ਪੜ੍ਹਾਈ ਲਿਖਾਈ ਦਾਜ ਨਾਲੋਂ ਵੀ ਜ਼ਰੂਰੀ ਹੈ। ਫਿਰ ਰਿਕਸ਼ੇ ਵਿੱਚ ਬੈਠੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹਨਾਂ ਦੀ ਧੀ ਸਵਰਨੀ ਦੇ ਸਾਕ ਲਈ ਮੁੰਡੇ ਦੀ ਦੱਸ ਪਈ ਹੈ, ਪਰ ਪਤੀ ਸਵਰਨੀ ਦਾ ਵਿਆਹ ਕਰਨ ਦੇ ਹੱਕ ਵਿੱਚ ਨਹੀਂ। ਉਹ ਚਾਹੁੰਦਾ ਹੈ ਕਿ ਸਵਰਨੀ ਪੜ੍ਹੇ। ਇਹਨਾਂ ਦੀਆਂ ਗੱਲਾਂ ਸੁਣ ਕੇ ਬੰਤਾ ਆਪਣੀ ਪਤਨੀ ਬਾਰੇ ਸੋਚਦਾ ਹੈ ਕਿ ਜਿਸਨੂੰ ਕੁਝ ਨਹੀਂ ਆਉਂਦਾ, ਤੇ ਉਹ ਸੋਚਦਾ ਹੈ ਕਿ ਉਸਦਾ ਹੁਣ ਪੜ੍ਹਨ ਦਾ ਵਕਤ ਨਿਕਲ ਗਿਆ ਹੈ। ਰਾਮਾਨੰਦ ਦੇ ਬਾਗ ਆ ਜਾਣ ਕਰਕੇ ਸਵਾਰੀਆਂ ਉਤਰ ਜਾਂਦੀਆਂ ਹਨ। ਉਸਨੂੰ 1 ਰੁਪਈਆ ਦੇ ਕੇ 4 ਆਨੇ ਵਾਪਸ ਨਹੀਂ ਲੈਂਦੀਆਂ। ਬੰਤਾ ਹੱਕ ਤੋਂ ਵੱਧ ਲੈਣਾ ਚੰਗਾ ਨਹੀਂ ਸਮਝਦਾ। ਉਸਦਾ ਖਿਆਲ ਸੀ ਕਿ ਇਸ ਤਰ੍ਹਾਂ ਬੰਦੇ ਨੂੰ ਨੀਵਾਂ ਹੋਣਾ ਪੈਂਦਾ ਹੈ। ਉਹ ਚਾਹੁੰਦਾ ਹੈ ਸਭ ਨੂੰ ਉਸਦੀ ਕਿਰਤ ਹੀ ਮਿਲਣੀ ਚਾਹੀਦੀ ਹੈ, ਹੋਰ ਕੁਝ ਨਹੀਂ ਚਾਹੀਦਾ। ਫਿਰ ਬੰਤਾ ਰਿਕਸ਼ਾ ਮੋੜ ਕੇ ਜਲਿਆਂਵਾਲੇ ਬਾਗ ਵੱਲ ਤੁਰ ਪੈਂਦਾ ਹੈ। ਉਸਨੂੰ ਯਾਦ ਆਉਂਦਾ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼ ਭਗਤਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਸਨੂੰ ਬਾਗ ਵਿਚਲੇ ਖੂਹ ਵਿੱਚ ਡਿੱਗ ਕੇ ਸ਼ਹੀਦ ਹੋਣ ਵਾਲਿਆਂ ਦੀ ਤੇ ਕੰਧ ਉੱਤੇ ਲੱਗੇ ਗੋਲੀ ਦੇ ਨਿਸ਼ਾਨਿਆਂ ਦੀ ਯਾਦ ਆਉਂਦੀ ਹੈ। ਉਸਨੂੰ ਬਾਗ ਵਿੱਚ ਲੱਗੇ ਲਾਊਡ ਸਪੀਕਰ ਦੀ ਆਵਾਜ਼ ਰਾਹੀਂ ਦੇਸ਼ ਭਗਤੀ ਦਾ ਗੀਤ ਸੁਣਾਈ ਦਿੰਦਾ ਹੈ। ਇੰਨੇ ਨੂੰ ਇੱਕ 50 ਕੁ ਸਾਲ ਦਾ ਚਿੱਟੇ ਖੱਦਰ ਦੇ ਕੱਪੜੇ ਵਾਲਾ ਆਦਮੀ ਚੌਂਕ ਬਾਬਾ ਸਾਹਿਬ ਜਾਣ ਲਈ ਉਸ ਦੇ ਰਿਕਸ਼ੇ ਵਿੱਚ ਬੈਠ ਗਿਆ। ਉਸਨੇ ਦੱਸਿਆ ਕਿ ਉਸਦੀ ਘਬਰਾਹਟ ਦਾ ਕਾਰਨ ਉਸਦੇ ਪਿਤਾ ਦੀ ਬਿਮਾਰੀ ਹੈ। ਉਹ ਦੱਸਦਾ ਹੈ ਕਿ ਉਹਨਾਂ ਵੇਸਣ ਵਾਲੀਆਂ ਰੋਟੀਆਂ ਖਾਧੀਆਂ, ਬਸ ਉਸ ਤੋਂ ਪਿੱਛੋਂ ਉਹਨਾਂ ਨੂੰ ਉਲਟੀਆਂ ਹੀ ਬੰਦ ਨਹੀਂ ਹੋਈਆਂ। ਉਸਨੇ ਦੱਸਿਆ ਕਿ ਸਵੇਰੇ ਟੀਕਾ ਲਗਾਇਆ ਸੀ, ਡਾਕਟਰ ਕਹਿੰਦਾ ਕਿ ਉਹ ਅਸਲੀ ਨਹੀਂ ਸੀ, ਇਸ ਕਰਕੇ ਹੁਣ ਤੱਕ ਆਰਾਮ ਨਹੀਂ ਆਇਆ। ਬੰਤਾ ਉਹਨਾਂ ਨੂੰ ਹੌਸਲਾ ਦਿੰਦਾ ਹੈ। ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਉਮਰ 80 ਸਾਲ ਹੈ ਤੇ ਜਲਿਆਂਵਾਲੇ ਬਾਗ ਦੇ ਕਾਂਡ ਵਿੱਚ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ। ਉਹ ਉਹਨਾਂ ਦੀ ਬਿਮਾਰੀ ਬਾਰੇ ਬਹੁਤ ਫਿਕਰ ਜ਼ਾਹਰ ਕਰਦਾ ਹੈ। ਅੰਤ ਉਹ ਨਾ ਕਰਦੇ ਬੰਤੇ ਨੂੰ ਪੈਸੇ ਦੇ ਦਿੰਦੇ ਹਨ। ਬੰਤੇ ਦਾ ਦਿਲ ਉਸ ਬਜ਼ੁਰਗ ਦੇ ਦਰਸ਼ਨ ਕਰਨ ਨੂੰ ਕਰਦਾ ਸੀ, ਪਰ ਉਹ ਆਪਣੀ ਔਕਾਤ ਬਾਰੇ ਜਾਣ ਕੇ ਰੁਕ ਜਾਂਦਾ ਹੈ। ਫਿਰ ਬੰਤੇ ਨੂੰ 60 ਪੈਸੇ ਵਿੱਚ ਚਾਈਟਵਿੰਡ ਦਰਵਾਜ਼ੇ ਤੱਕ ਜਾਣ ਵਾਲੀਆਂ ਸਵਾਰੀਆਂ ਮਿਲ ਜਾਂਦੀਆਂ ਹਨ। ਉਹ ਰਿਕਸ਼ੇ ਵਿੱਚ ਬੈਠ ਕੇ ਆਪਣੇ ਤਰਨਤਾਰਨ ਤੱਕ ਦੇ ਸਫ਼ਰ ਤੇ ਗੁਰੂ ਨਗਰੀ ਦੀਆਂ ਰੌਣਕਾਂ ਤੇ ਬਾਜ਼ਾਰ ਦੀ ਭੀੜ ਦੀਆਂ ਗੱਲਾਂ ਕਰਦੇ ਹਨ। ਉਹ ਚਾਈਟਵਿੰਡ ਦਰਵਾਜ਼ੇ ਤੇ ਉਤਰ ਜਾਣ ਤੇ ਉਹ ਜਲਦੀ ਪੈਸੇ ਦੇ ਕੇ ਸੱਜੇ ਵੱਲ ਨੂੰ ਤੁਰ ਪੈਂਦੇ ਹਨ। ਬੰਤਾ ਉਹਨਾਂ ਦੇ ਸੁਭਾਅ ਦੀ ਤਾਰੀਫ਼ ਕਰਦਾ ਹੈ। ਉਸਨੂੰ ਧੁੱਪ ਚੜ੍ਹਨ ਤੇ ਵੀ ਆਪਣੀਆਂ ਉਂਗਲੀਆਂ ਠੰਡ ਨਾਲ ਆਕੜੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਉਸਦੇ ਹੱਥਾਂ ਨੂੰ ਬਹੁਤ ਖੁਸ਼ਕੀ ਹੋ ਗਈ ਸੀ। ਉਹ ਡੋਰਾਂ ਨੂੰ ਮਾਂਜਾ ਲਾ ਰਹੇ ਕੀਰਤੀਆਂ ਦੀ ਪ੍ਰਸ਼ੰਸਾ ਕਰਦਾ ਹੈ। ਫਿਰ ਬੰਤੇ ਨੂੰ 75 ਪੈਸੇ ਵਿੱਚ ਚਿਤਰਾ ਟਾਕੀ ਜਾਣ ਵਾਲੀਆਂ 2 ਕੁੜੀਆਂ ਮਿਲ ਗਈਆਂ। ਬੰਤੇ ਨੂੰ ਰਿਕਸ਼ੇ ਤੇ ਬੈਠੇ ਇਹਨਾਂ ਸਵਾਰੀਆਂ ਦਾ ਭਾਰ ਹੀ ਪ੍ਰਤੀਤ ਨਹੀਂ ਸੀ ਹੋ ਰਿਹਾ। ਉਹ ਸੋਚਦਾ ਸੀ ਕਿ ਇਹੋ ਜਿਹੀਆਂ ਸਵਾਰੀਆਂ ਤੋਂ ਤਾਂ ਭਾਵੇਂ 50 ਪੈਸੇ ਹੀ ਮਿਲ ਜਾਣ ਤਾਂ ਵੀ ਘੱਟ ਨਹੀਂ। ਉਹ ਬੰਤੇ ਨੂੰ ਕਹਿੰਦੀਆਂ ਹਨ ਕਿ ਉਹ ਰਿਕਸ਼ਾ ਤੇਜ਼ ਚਲਾਵੇ, ਕਿਉਂਕਿ ਜੇਕਰ ਫਿਲਮ ਸ਼ੁਰੂ ਹੋ ਗਈ ਤਾਂ ਉਹਨਾਂ ਨੂੰ ਕੋਈ ਸਵਾਦ ਨਹੀਂ ਆਵੇਗਾ। ਫਿਰ ਉਹ ਬੰਤੇ ਨੂੰ ਕੋਸਦੀਆਂ ਹਨ ਕਿ ਉਹ ਰਿਕਸ਼ਾ ਬਹੁਤ ਹੌਲੀ ਚਲਾਉਂਦਾ ਹੈ। ਉਹ ਗੱਲਾਂ ਕਰਦੀਆਂ ਹਨ ਕਿ ਉਹਨਾਂ ਨੂੰ ਹੁਣ ਗੈਲਰੀ ਦੀ ਨਹੀਂ ਸਗੋਂ ਹਾਲ ਦੀ ਟਿਕਟ ਮਿਲੇਗੀ। ਫਿਰ ਉਹ ਫਿਲਮੀ ਐਕਟਰਾਂ ਦੇ ਵਿਆਹ ਦੀਆਂ ਗੱਲਾਂ ਕਰਦੀਆਂ ਹਨ ਤੇ ਇੱਕ ਦੂਜੀ ਨੂੰ ਮਜ਼ਾਕ ਕਰਦੀਆਂ ਕਹਿੰਦੀਆਂ ਹਨ ਕਿ ਉਹ ਰਿਸ਼ੀ ਕਪੂਰ ਨਾਲ ਵਿਆਹ ਕਰਾ ਲਵੇ। ਫਿਰ ਦੂਜੀ ਕਹਿੰਦੀ ਹੈ ਕਿ ਸਾਨੂੰ ਬਾਜ਼ਾਰ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤਾਂ ਪਹਿਲੀ ਕਹਿੰਦੀ ਹੈ ਕਿ ਜਿਹੜਾ ਡਰੇਗਾ ਉਹ ਮਰੇਗਾ। ਇਹ ਸੁਣ ਕੇ ਬੰਤਾ ਸੋਚਦਾ ਹੈ ਕਿ ਠੀਕ ਹੈ, ਕਿਸੇ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਉਹ ਸੋਚਦਾ ਹੈ ਕਿ ਉਹ ਵੀ ਕਿਸੇ ਤੋਂ ਨਹੀਂ ਡਰੇਗਾ, ਸਗੋਂ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰੇਗਾ।
ਉਹ ਸੋਚਦਾ ਹੈ ਕਿ ਆਪਣੀ ਪਤਨੀ ਜਾਂ ਬੱਚਿਆਂ ਨੂੰ ਵੀ ਕਿਸੇ ਗੱਲ ਤੋਂ ਨਾ ਨਹੀਂ ਕਰਨੀ ਚਾਹੀਦੀ। ਉਹ ਆਪਣੀ ਪਤਨੀ ਦੇ ਲਿੱਸੀ ਹੋਣ ਦਾ ਕਾਰਨ ਉਸਦਾ ਗਮ ਕਰਦੀ ਰਹਿਣਾ ਸਮਝਦਾ ਹੈ। ਬੰਤਾ ਆਪ ਕੋਈ ਗਮ ਨਹੀਂ ਕਰਦਾ ਕਿਉਂਕਿ ਉਸਨੂੰ ਵਿਸ਼ਵਾਸ ਹੈ ਕਿ ਜੋ ਕਿਸੇ ਦੀ ਤਕਦੀਰ ਵਿੱਚ ਹੋਵੇ ਉਹ ਮਿਲ ਜਾਂਦਾ ਹੈ। ਪਰ ਬੰਤਾ ਸਮਝਦਾ ਹੈ ਕਿ ਉਸਨੂੰ ਰੋਟੀ ਸੌਖੀ ਮਿਲ ਜਾਂਦੀ ਹੈ, ਇਸ ਕਰਕੇ ਉਸਨੂੰ ਸੋਚਣ ਦੀ ਕੋਈ ਜ਼ਰੂਰਤ ਨਹੀਂ। ਉਸਨੂੰ ਯਾਦ ਆਇਆ ਕਿ ਉਸਦੀ ਪਤਨੀ ਦਾ ਕਮੀਜ਼ ਪਾਟ ਗਿਆ ਹੈ ਤੇ ਉਹ ਟਾਕੀਆਂ ਲਾਈ ਫਿਰਦੀ ਹੈ। ਇਸ ਕਾਰਨ ਉਹ ਉਸ ਨਾਲ ਬੋਲਦੀ ਵੀ ਨਹੀਂ। ਇੱਕ ਦਿਨ ਉਹ ਰੋਣ ਵੀ ਲੱਗ ਪਈ ਸੀ, ਪਰ ਬੰਤੇ ਨੇ ਹੌਸਲਾ ਦਿੱਤਾ ਕਿ ਮੁੰਡੇ ਦੇ ਵੱਡਾ ਹੋਣ ਨਾਲ ਉਹਨਾਂ ਦੇ ਘਰ ਦਾ ਦਲਿੱਦਰ ਕੱਟਿਆ ਜਾਵੇਗਾ। ਫਿਰ ਉਸਨੂੰ ਖਿਆਲ ਆਇਆ ਕਿ ਉਸਦੇ ਮੁੰਡੇ ਦੀ ਉਮਰ ਅਜੇ ਬਹੁਤ ਥੋੜ੍ਹੀ ਹੈ। ਉਹ ਉਸਨੂੰ 14 ਜਮਾਤਾਂ ਪੜ੍ਹਾਵੇਗਾ ਕਿਉਂਕਿ ਉਸਦਾ ਪੁੱਤਰ ਪੜ੍ਹਨ ਵਿੱਚ ਕਿਸੇ ਤੋਂ ਘੱਟ ਨਹੀਂ। ਇਸ ਪ੍ਰਕਾਰ ਸੋਚਦਾ ਬੰਤਾ ਚਿਤਰਾ ਟਾਕੀ ਪਹੁੰਚ ਜਾਂਦਾ ਹੈ, ਪਰ ਕੁੜੀਆਂ ਕੋਲ ਉਸਨੂੰ ਕੇਵਲ 45 ਪੈਸੇ ਹੀ ਮਿਲਦੇ ਹਨ ਕਿਉਂਕਿ ਉਹਨਾਂ ਕੋਲ ਟੁੱਟੇ ਹੋਏ 50 ਪੈਸੇ ਨਹੀਂ ਸਨ। ਭਾਂਡ ਦੇ ਤੋੜੇ ਬਾਰੇ ਸੋਚਦਾ ਬੰਤਾ ਆਪਣੇ ਆਪ ਨੂੰ ਹੌਸਲਾ ਦਿੰਦਾ ਹੈ। ਉਹ ਸੋਚਦਾ ਹੈ ਕਿ ਦੁਨੀਆ ਦੇ ਸਾਰੇ ਕੰਮ ਚੱਲ ਰਹੇ ਹਨ, ਲੋਕ ਕਿਤੋਂ ਨਾ ਕਿਤੋਂ ਚੀਜ਼ ਲੈ ਹੀ ਆਉਂਦੇ ਹਨ। ਉਹ ਜਾਣਦਾ ਹੈ ਕਿ ਰੁਪਏ ਬਦਲੇ 90 ਪੈਸੇ ਲੈ ਕੇ ਭਾਵੇਂ 100 ਦੀ ਭਾਨ ਲੈ ਲਵੋ। ਉਹ ਸਮਝਦਾ ਹੈ ਕਿ ਸਾਡੇ ਦੇਸ਼ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਇਸ ਕਰਕੇ ਇਸਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਹੈ। ਭਾਵੇਂ ਅੰਗਰੇਜ਼ਾਂ ਦੁਆਰਾ ਭਾਰਤ ਨੂੰ ਲੁੱਟੇ ਜਾਣ ਦਾ ਰੌਲਾ ਪਾਇਆ ਪਿਆ ਹੈ, ਪਰ ਭਾਰਤ ਅੱਜ ਵੀ ਸੋਨੇ ਦੀ ਚਿੜੀ ਅਖਵਾਉਂਦਾ ਹੈ। ਇਸ ਪਿੱਛੋਂ ਬੰਤੇ ਨੇ ਆਪਣੇ ਰਿਕਸ਼ੇ ਨੂੰ ਹਾਲਗੇਟ ਦੇ ਬਾਹਰ ਖੜ੍ਹੇ ਬਹੁਤ ਸਾਰੇ ਰਿਕਸ਼ਿਆਂ ਵਿੱਚ ਲਿਜਾ ਕੇ ਖੜ੍ਹਾ ਕਰ ਦਿੱਤਾ। ਉਸ ਦਿਨ ਧੁੰਦ ਜਲਦੀ ਖਿੰਡ ਗਈ ਹੋਣ ਕਰਕੇ ਧੁੱਪ ਕਾਫੀ ਚੜ੍ਹ ਆਈ ਸੀ। ਅਜੇ 11 ਹੀ ਵੱਜੇ ਸਨ ਕਿ ਬੰਤਾ 15 ਪੈਸਿਆਂ ਦੀ ਮੂੰਗਫਲੀ ਲੈ ਕੇ ਰਿਕਸ਼ੇ ਦੀ ਪਿਛਲੀ ਸੀਟ ਉੱਪਰ ਬੈਠ ਗਿਆ। ਉਹ ਬਾਜ਼ਾਰ ਵਿੱਚ ਵੱਧ ਰਹੀ ਭੀੜ ਤੇ ਅਖਬਾਰਾਂ ਵਾਲਿਆਂ ਦੀ ਵੱਧ ਰਹੀ ਰੌਣਕ ਨੂੰ ਦੇਖ ਰਿਹਾ ਸੀ। ਲਾਟਰੀ ਦੀਆਂ ਟਿਕਟਾਂ ਦੀ ਦੁਕਾਨ ਦੇਖ ਕੇ ਉਸਨੂੰ ਖਿਆਲ ਆਉਂਦਾ ਹੈ ਕਿ ਉਸਨੇ ਵੀ ਇੱਕ ਲਾਟਰੀ ਪਾਈ ਸੀ, ਪਰ ਨਿਕਲਿਆ ਕੁਝ ਵੀ ਨਹੀਂ ਸੀ। ਉਹ ਸਮਝਦਾ ਹੈ ਕਿ ਲੱਖ ਸਵਾ ਲੱਖ ਰੁਪਇਆ ਵੀ ਗਰੀਬਾਂ ਕੋਲ ਨਹੀਂ, ਸਗੋਂ ਅਮੀਰਾਂ ਕੋਲ ਚੰਗਾ ਲੱਗਦਾ ਹੈ। ਪਰ ਉਹ ਇੰਨੇ ਰੁਪਏ ਦੀ ਆਪਣੀ ਇੱਛਾ ਕਰਦਾ ਹੈ, ਪਰ ਉਸਨੂੰ ਇਹ ਸੋਚ ਕੇ ਦੁੱਖ ਲੱਗਦਾ ਹੈ ਕਿ ਉਸ ਕੋਲ ਇੰਨਾ ਰੁਪਇਆ ਆਉਂਦਾ ਨਹੀਂ। ਇਸ ਪਿੱਛੋਂ ਮੂੰਗਫਲੀ ਮੁਕਾ ਕੇ ਉਹ ਕਿਸੇ ਹੋਰ ਪਾਸੇ ਜਾਣ ਬਾਰੇ ਸੋਚਦਾ ਹੈ। ਉਹ ਰਿਕਸ਼ੇ ਦੇ ਪਿਛਲੇ ਚੱਕੇ ਵਿੱਚ ਹਵਾ ਘੱਟ ਦੇਖ ਕੇ ਮੀਤੇ ਦੀ ਦੁਕਾਨ 'ਤੇ ਹਵਾ ਭਰਾਉਣ ਦਾ ਪ੍ਰੋਗਰਾਮ ਬਣਾਉਂਦਾ ਹੈ। ਫਿਰ ਉਸਨੂੰ ਇੱਕ ਸਵਾਰੀ ਜਲ੍ਹਿਆਂਵਾਲੇ ਬਾਗ ਜਾਣ ਵਾਲੀ ਮਿਲਦੀ ਹੈ। ਉਸ ਤੋਂ ਬੰਤਾ 75 ਪੈਸੇ ਮੰਗਦਾ ਹੈ, ਪਰ ਸਵਾਰ ਨਹੀਂ ਮੰਨਦਾ। ਫਿਰ ਉਹ ਪਹੀਏ ਵਿੱਚ ਹਵਾ ਭਰਾਉਂਦਾ ਹੈ। ਫਿਰ ਉਹ ਕਿਸੇ ਸਵਾਰੀ ਦੀ ਉਡੀਕ ਦੁਬਾਰਾ ਕਰਦਾ ਹੈ। ਉਸਨੂੰ ਸਾੜੀ ਵਾਲੀਆਂ 2 ਇਸਤਰੀਆਂ ਆਉਂਦੀਆਂ ਦਿਖਾਈ ਦਿੰਦੀਆਂ ਹਨ। ਉਹ ਉਸਨੂੰ ਗੁਰੂ ਬਾਜ਼ਾਰ ਜਾਣ ਲਈ ਕਹਿੰਦੀਆਂ ਹਨ। ਬੰਤਾ ਉਹਨਾਂ ਤੋਂ 1 ਰੁਪਏ ਦੀ ਮੰਗ ਕਰਦਾ ਹੈ, ਪਰ ਉਹ ਆਪਣੇ ਮੂੰਹੋਂ ਕਹੇ ਅਨੁਸਾਰ 8 ਆਨੇ ਹੀ ਦਿੰਦੀਆਂ ਹਨ। ਬੰਤਾ ਦੱਸਦਾ ਹੈ ਕਿ ਜਦੋਂ ਜਨਾਨੀਆਂ ਹੋਣ ਤਾਂ ਉਹ 1 ਵੀ ਪੈਸਾ ਵਾਧੂ ਨਹੀਂ ਦਿੰਦੀਆਂ, ਆਮ ਕਰਕੇ ਮਜ਼ਦੂਰੀ ਵੀ ਪੂਰੀ ਨਹੀਂ ਮਿਲਦੀ। ਬੰਤੇ ਦੇ ਰਿਕਸ਼ੇ ਵਿੱਚ ਬੈਠੀਆਂ ਜਨਾਨੀਆਂ ਰਿਸ਼ਤਾ ਕਰਨ ਦੇ ਸੰਬੰਧ ਵਿੱਚ ਗੱਲਾਂ ਕਰ ਰਹੀਆਂ ਸਨ। ਇਹਨਾਂ ਵਿੱਚੋਂ ਇੱਕ ਤਾਂ ਮੁੰਡੇ ਦੀ ਮਾਂ ਅਤੇ ਦੂਜੀ ਵਿਚੋਲਣ ਸੀ, ਜੋ ਉਸਨੂੰ ਕੁੜੀ ਵਿਖਾਉਣ ਲਈ ਲਿਜਾ ਰਹੀ ਸੀ। ਵਿਚੋਲਣ ਦਾ ਨਾਂ ਲਾਜੋ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਬਹੁਤ ਸੋਹਣੀ ਚਾਹੁੰਦੀ ਹੈ। ਵਿਚੋਲਣ ਦੱਸਦੀ ਹੈ ਕਿ ਕੁੜੀ ਸੋਹਣੀ ਹੈ ਤੇ BA ਵਿੱਚ ਪੜ੍ਹਦੀ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਨੂੰ ਪੜ੍ਹਨੋਂ ਹਟਾ ਲੈਣ। ਫਿਰ ਉਹ ਆਪਣੇ ਪੁੱਤਰ ਮਹੇਸ਼ੀ ਦੀ ਪੜ੍ਹਾਈ ਬਾਰੇ ਗੱਲਾਂ ਕਰਦੀ ਹੈ। ਉਹ ਦੱਸਦੀ ਹੈ ਕਿ ਮਹੇਸ਼ੀ 8ਵੀਂ ਫੇਲ ਹੈ ਤੇ ਉਸਨੂੰ 18ਵਾਂ ਸਾਲ ਲੱਗ ਗਿਆ ਹੈ। ਉਹ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਛੇਤੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੀ ਨੂੰਹ ਨੂੰ ਬਹੁਤ ਸਾਰੇ ਗਹਿਣੇ ਪਾਵੇਗੀ। ਲਾਜੋ ਦੱਸਦੀ ਹੈ ਕਿ ਕੁੜੀ ਵਾਲੇ ਨੂੰ ਘੱਟ ਨਹੀਂ ਕਰਨਗੇ, ਪਰ ਮੁੰਡੇ ਦੀ ਮਾਂ ਪੁੱਛਦੀ ਹੈ ਉਹ ਕੀ ਕੁਝ ਦੇਣਗੇ। ਉਹ ਨਾਲ ਹੀ ਕਹਿੰਦੀ ਹੈ ਕਿ ਦੇਣਾ ਤਾਂ ਉਹਨਾਂ ਜੋ ਕੁਝ ਹੈ ਆਪਣੀ ਧੀ ਨੂੰ ਦੇਣਾ ਹੈ। ਉਂਝ ਜੇ ਕੋਈ ਚੰਗਾ ਕਰ ਦੇਵੇ ਤਾਂ ਜੱਗ ਵਿੱਚ ਸੋਭਾ ਹੋ ਜਾਂਦੀ ਹੈ। ਫਿਰ ਉਹ ਲਾਜੋ ਨੂੰ ਕਹਿੰਦੀ ਹੈ ਕਿ ਉਸਦੀ ਭੈਣ ਸ਼ੀਲਾ ਦੇ ਘਰ 3 ਕੁੜੀਆਂ ਹਨ ਤੇ ਮੁੰਡਾ ਇੱਕ ਵੀ ਨਹੀਂ ਹੋਇਆ, ਜਦ ਕਿ ਉਸਦੇ ਘਰ ਹੋਰ ਕਿਸੇ ਚੀਜ਼ ਦੀ ਥੁੜ ਨਹੀਂ।
ਹੁਣ ਉਹ ਇੱਕ ਜਤੀ ਸਤੀ ਸਾਧ ਬਾਰੇ ਗੱਲਾਂ ਕਰਦੀ ਹੈ, ਜਿਸ ਦੀਆਂ ਪੁੜੀਆਂ ਖਾ ਕੇ ਲਾਜੋ ਦੀਆਂ ਕਿਰਾਏਦਾਰਨੀ ਫੂਲਾ ਰਾਣੀ ਦੇ ਘਰ 2 ਮੁੰਡੇ ਹੋ ਗਏ। ਲਾਜੋ ਦੇ ਨਾਲ ਦੀ ਉਸ ਸਾਧ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦੀ ਹੈ। ਫਿਰ ਲਾਜੋ ਦੱਸਦੀ ਹੈ ਕਿ ਉਸਦੇ ਪਤੀ ਨੂੰ ਖੰਘ ਨਹੀਂ ਸੀ ਹਟਦੀ। ਇੱਕ ਬਗਲੀ ਵਾਲੇ ਬਾਵੇ ਨੇ ਬੜੀ ਜਿੱਦ ਕਰਕੇ ਉਹਨਾਂ ਨੂੰ 1 ਸੇਰ ਚਾਵਲ, 1 ਸੇਰ ਖੰਡ ਤੇ 5 ਰੁਪਏ ਲਏ ਤੇ ਜਾਂਦਾ ਹੋਇਆ ਉਸਨੂੰ ਇੱਕ ਸਵਾਦ ਦੀ ਚੁਟਕੀ ਦੇ ਕੇ ਕਹਿਣ ਲੱਗਾ ਕਿ ਉਹ ਉਸਨੂੰ ਸ਼ਹਿਦ ਵਿੱਚ ਮਿਲਾ ਕੇ ਚੱਟ ਲਵੇ, ਉਸਦੇ ਸਾਰੇ ਕਸ਼ਟ ਦੂਰ ਹੋ ਜਾਣਗੇ। ਬਸ ਉਸੇ ਸਵਾਦ ਦੀ ਚੁਟਕੀ ਨੇ ਉਸਦੀ ਖੰਘ ਉਡਾ ਦਿੱਤੀ। ਇਹ ਸੁਣ ਕੇ ਲਾਜੋ ਦੇ ਨਾਲ ਵਾਲੀ ਕਹਿੰਦੀ ਕਿ ਉਸਦੇ ਪਤੀ ਦੇ ਗੋਡਿਆਂ ਵਿੱਚ ਬਹੁਤ ਦਰਦ ਰਹਿੰਦਾ ਹੈ। ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਵੀ ਕੋਈ ਕਰਨੀ ਵਾਲਾ ਮਿਲ ਜਾਵੇ। ਇਹ ਸੁਣ ਕੇ ਬੰਤਾ ਸੋਚਦਾ ਹੈ ਕਿ ਇਹੋ ਜਿਹਾ ਕਰਨੀ ਵਾਲਾ ਕਿਸਮਤ ਨਾਲ ਹੀ ਮਿਲਦਾ ਹੈ ਤੇ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਉਸ ਤੋਂ ਕੁਝ ਮਿਲਣ ਦੀ ਆਸ ਹੋਵੇ। ਸਾਡੇ ਕੋਲ ਨਾ ਕੋਈ ਇੰਨਾ ਕੁਝ ਮੰਗਦਾ ਹੈ ਤੇ ਨਾ ਹੀ ਸਾਡਾ ਦੁੱਖ ਦਲਿੱਦਰ ਦੂਰ ਹੁੰਦਾ ਹੈ। ਉਹ ਸੋਚਦਾ ਹੈ ਕਿ ਉਹ ਕਿਸੇ ਨੂੰ ਕੁਝ ਦੇਣ ਜੋਗਾ ਹੀ ਨਹੀਂ ਤਾਂ ਉਹ ਤਾਰੋ ਨੂੰ ਸਵਾਦ ਦੀ ਚੁਟਕੀ ਲੈ ਦਿੰਦਾ ਤੇ ਉਸਦੇ ਸਾਰੇ ਦੁੱਖ ਕੱਟੇ ਜਾਂਦੇ। ਫਿਰ ਲਾਜੋ ਦੇ ਨਾਲ ਵਾਲੀ ਉਸਨੂੰ ਕਹਿੰਦੀ ਹੈ ਕਿ ਜੇਕਰ ਉਸਨੂੰ ਕੁੜੀ ਪਸੰਦ ਆ ਗਈ ਤਾਂ ਉਸਨੇ ਮੁੰਦਰੀ ਪਾ ਦੇਣੀ ਹੈ। ਲਾਜੋ ਉਸਨੂੰ ਅਜਿਹਾ ਕਰਨ ਤੋਂ ਰੋਕਦੀ ਹੋਈ ਕਹਿੰਦੀ ਹੈ ਕਿ ਪਹਿਲਾਂ ਉਹ ਕੁੜੀ ਦੇਖ ਤਾਂ ਲਵੇ, ਫਿਰ ਉਹ ਮੁੰਡਾ ਦੇਖਣਗੇ। ਇਹ ਸੁਣ ਕੇ ਨਾਲ ਵਾਲੀ ਕਹਿੰਦੀ ਹੈ ਕਿ ਲੈ ਮੁੰਡੇ ਵੀ ਕਦੀ ਕਿਸੇ ਨੇ ਵੇਖੇ ਨੇ, ਮੁੰਡੇ ਤਾਂ ਹੀਰੇ ਹੁੰਦੇ ਨੇ ਹੀਰੇ, ਮੇਰਾ ਮਹੇਸ਼ੀ ਕੋਈ ਘੱਟ ਹੈ ਕਿਸੇ ਕੋਲੋਂ। ਲਾਜੋ ਦੱਸਦੀ ਹੈ ਕਿ ਉਹਨਾਂ ਦੀ ਕੁੜੀ ਵੀ ਮੁੰਡਾ ਦੇਖੇਗੀ। ਇਹ ਸੁਣ ਕੇ ਨਾਲ ਵਾਲੀ ਆਪਣਾ ਦਿਲ ਛੱਡਣ ਲੱਗਦੀ ਹੋਈ ਕਹਿੰਦੀ ਹੈ, ਲਾਜੋ ਮੇਰਾ ਨਹੀਂ ਜੀ ਵੱਜਦਾ ਇੱਥੇ, ਤੂੰ ਲੈ ਚੱਲੀ ਏਂ ਤਾਂ ਮੈਂ ਵੇਖ ਆਉਂਦੀ ਹਾਂ, ਪਰ ਇਹ ਜਿਹੜੀ ਵੇਖਾ ਵਿਖਾਉਣ ਵਾਲੀ ਗੱਲ ਹੈ ਮੈਨੂੰ ਉਹ ਉੱਕਾ ਵੀ ਪਸੰਦ ਨਹੀਂ। ਉਹ ਦੱਸਦੀ ਹੈ ਕਿ ਉਸਦਾ ਮੁੰਡਾ ਕਿਸੇ ਵੇਲੇ ਜਰਾ ਅੱਖ ਪੁਆ ਕੇ ਵੇਖਦਾ ਹੈ। ਲਾਜੋ ਇਸ ਨੁਕਸ ਨੂੰ ਮਾਮੂਲੀ ਸਮਝਦੀ ਹੋਈ ਕਹਿੰਦੀ ਹੈ ਕਿ ਉਹ ਉਸ ਵੇਲੇ ਧੁੱਪ ਵਾਲੀ ਐਨਕ ਲਾ ਕੇ ਚਲਾ ਜਾਵੇ। ਫਿਰ ਉਹ ਪ੍ਰੋਗਰਾਮ ਬਣਾਉਂਦੀਆਂ ਹਨ ਕਿ ਕੁੜੀ ਵਾਲਿਆਂ ਨੂੰ ਇਹ ਕਹਿ ਦਿੱਤਾ ਜਾਵੇਗਾ ਕਿ ਮੁੰਡਾ ਮੁੰਬਈ ਗਿਆ ਹੋਇਆ ਹੈ, ਉਹ ਗਰਮੀਆਂ ਵਿੱਚ ਪਰਤੇਗਾ ਤੇ ਉਦੋਂ ਉਹਨਾਂ ਨੂੰ ਵਿਖਾ ਦੇਵਾਂਗੇ। ਅੰਤੋਂ ਬੰਤ ਨੂੰ ਟੁੱਟੇ ਹੋਏ 50 ਪੈਸੇ ਦੇ ਕੇ ਉਸਦੇ ਰਿਕਸ਼ੇ ਵਿੱਚੋਂ ਉਤਰ ਜਾਂਦੀਆਂ ਹਨ। ਇਸ ਪਿੱਛੋਂ ਬੰਤਾ ਅਟਾਰੀ ਦੇ ਚੌਕ ਵਿੱਚ ਜਾ ਕੇ ਖੜਾ ਹੋ ਜਾਂਦਾ ਹੈ। ਹੁਣ ਦੁਕਾਨਾਂ ਵੀ ਖੁੱਲ੍ਹਣ ਲੱਗ ਪੈਂਦੀਆਂ ਹਨ। ਇਹ ਦੁਕਾਨਦਾਰ ਗਾਹਕਾਂ ਦਾ ਕੋਈ ਫਿਕਰ ਨਹੀਂ ਕਰਦੇ। ਜਿਸਨੇ ਸੌਦਾ ਲੈਣਾ ਹੁੰਦਾ ਹੈ ਉਹ ਭੱਜ ਕੇ ਆਉਂਦਾ ਹੈ। ਬੰਤਾ ਉਹਨਾਂ ਦੀ ਆਰਾਮ ਤਲਬ ਜ਼ਿੰਦਗੀ ਦੀ ਪ੍ਰਸ਼ੰਸਾ ਕਰਦਾ ਹੋਇਆ ਆਪਣੇ ਆਪ ਨਾਲ ਆਲੋਚਨਾ ਵੀ ਕਰਦਾ ਹੈ। ਉਹ ਸੋਚਦਾ ਹੈ ਕਿ ਜਦੋਂ ਉਹ ਘਰੋਂ ਨਿਕਲਦਾ ਹੈ ਤਾਂ ਇਹ ਪਤਾ ਨਹੀਂ ਹੁੰਦਾ ਕਿ ਮੁੜ ਕੇ ਘਰ ਪਰਤਣਾ ਵੀ ਹੈ ਜਾਂ ਨਹੀਂ, ਤੇ ਜਦੋਂ ਘਰ ਰਾਤ ਨੂੰ ਜਾਈਦਾ ਹੈ ਤਾਂ ਇਹ ਸੋਚੀਦਾ ਹੈ ਕਿ ਇੱਕ ਜ਼ਿੰਦਗੀ ਦਾ ਦਿਨ ਹੋਰ ਬੀਤ ਗਿਆ। ਇਸ ਤਰ੍ਹਾਂ ਇੱਕ ਦਿਨ ਕਰਕੇ ਉਸਦੀ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਸੋਚਦਿਆਂ ਉਸਨੂੰ ਸ਼ੀਤਲਾ ਮੰਦਰ ਜਾਣ ਵਾਲੀ ਇੱਕ ਸਵਾਰੀ ਮਿਲ ਜਾਂਦੀ ਹੈ। ਇਹ ਚੰਗੀ ਸਿਹਤ ਦਾ ਮਾਲਕ ਇੱਕ ਭਲਵਾਨ ਹੈ। ਬੰਤਾ ਸੋਚਦਾ ਹੈ ਕਿ ਬੰਦੇ ਕੋਲ ਸਿਹਤ ਹੋਣੀ ਬਹੁਤ ਜ਼ਰੂਰੀ ਹੈ, ਧਨ ਦੌਲਤ ਦਾ ਕੀ ਹੈ। ਉਹ ਸਮਝਦਾ ਹੈ ਕਿ ਸਿਹਤ ਬਣਾਉਣ ਲਈ ਘਿਓ, ਦੁੱਧ ਤੇ ਬਦਾਮ ਹੋਣੇ ਚਾਹੀਦੇ ਹਨ, ਇਹਨਾਂ ਲਈ ਫਿਰ ਪੈਸਾ। ਫਿਰ ਉਹ ਸੋਚਦਾ ਹੈ ਕਿ ਮਨੁੱਖ ਕੋਲ ਦੋਵੇਂ ਚੀਜ਼ਾਂ ਹੋਣੀਆਂ ਜ਼ਰੂਰੀ ਹਨ, ਚੰਗੀ ਸਿਹਤ ਵੀ ਤੇ ਚੰਗਾ ਪੈਸਾ ਵੀ। ਪੈਸਾ ਸਿਹਤ ਤੋਂ ਬਿਨਾਂ ਵਿਅਰਥ ਹੈ। ਉਹ ਸੋਚਦਾ ਹੈ ਕਿ ਪੈਸੇ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਰੇੜਕੇ ਪਾਏ ਹੋਏ ਹਨ। ਫਿਰ ਉਹ ਸੋਚਦਾ ਹੈ ਕਿ ਜੇਕਰ ਕਿਸੇ ਬੰਦੇ ਕੋਲ ਪੈਸੇ ਨਾ ਹੋਣ ਤਾਂ ਕੀ ਹੋਵੇਗਾ, ਕੀ ਉਸ ਨੂੰ ਰੋਟੀ ਮਿਲ ਜਾਵੇਗੀ, ਜਦ ਕਿ ਅੰਨ ਤਾਂ ਦੁਨੀਆ ਵਿੱਚ ਹਮੇਸ਼ਾ ਪੈਦਾ ਹੋਣਾ ਹੈ। ਫਿਰ ਉਹ ਆਪਣੇ ਆਪ ਨੂੰ ਅਜਿਹੀਆਂ ਗੱਲਾਂ ਸੋਚਣ ਤੋਂ ਰੋਕਦਾ ਹੈ। ਰਿਕਸ਼ੇ ਤੋਂ ਉਤਰਦਾ ਹੋਇਆ ਭਲਵਾਨ ਉਸਨੂੰ 50 ਪੈਸੇ ਦਿੰਦਾ ਹੈ। ਬੰਤਾ ਚੁੱਪ ਕਰਕੇ ਲੈ ਲੈਂਦਾ ਹੈ। ਉਹ ਇਹਨਾਂ ਪੈਸਿਆਂ ਨੂੰ ਠੀਕ ਸਮਝਦਾ ਹੈ। ਉਹ ਸਮਝਦਾ ਹੈ ਕਿ ਜੇਕਰ ਸਾਰੀਆਂ ਸਵਾਰੀਆਂ ਹੀ ਇਸੇ ਤਰ੍ਹਾਂ ਉਸਦਾ ਹੱਕ ਨਾ ਰੱਖਿਆ ਕਰਨ ਤਾਂ ਉਸਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। 10-15 ਮਿੰਟ ਸਵਾਰੀ ਦੀ ਉਡੀਕ ਕਰਨ ਮਗਰੋਂ ਬੰਤੇ ਨੂੰ ਭੁੱਖ ਲੱਗਦੀ ਹੈ। ਉਸਨੇ
ਰਿਕਸ਼ਾ ਘਰ ਵੱਲ ਨੂੰ ਮੋੜ ਲਿਆ। ਹੁਣ ਉਹ ਸੋਚਦਾ ਹੈ ਕਿ ਜੇਕਰ ਉਸਨੂੰ ਭੁੱਖ ਨਾ ਲੱਗੇ ਤਾਂ ਉਹ ਉਸਨੂੰ ਸਾਰਾ ਦਿਨ ਘਰ ਦਾ ਖਿਆਲ ਨਾ ਆਵੇ। ਘਰ ਜਾਂਦਾ ਹੋਇਆ ਉਹ ਸੋਚਦਾ ਹੈ ਕਿ ਉਸਦੀ ਪਤਨੀ ਰੋਟੀ ਪਕਾ ਚੁੱਕੀ ਹੋਵੇਗੀ। ਉਹ ਉਸਦੀ ਸਿਹਤ ਦੀ ਫਿਕਰ ਕਰਦਾ ਹੋਇਆ ਸੋਚਦਾ ਹੈ ਕਿ ਉਸਦੇ ਬੱਚੇ ਵੀ ਤੰਗ ਕਰਦੇ ਹੋਣਗੇ। ਸਰਦੀ ਵਿੱਚ ਕੋਈ ਨਾ ਕੋਈ ਬਿਮਾਰ ਵੀ ਹੋ ਜਾਂਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਉਹਨਾਂ ਕੋਲ ਲੋੜੀਂਦੇ ਗਰਮ ਕੱਪੜੇ ਨਹੀਂ ਹਨ ਤੇ ਉਹ ਉਹਨਾਂ ਨੂੰ ਖਰੀਦ ਵੀ ਨਹੀਂ ਸਕਦਾ। ਉਹ ਪਤਨੀ ਬਾਰੇ ਸੋਚਦਾ ਹੈ ਜੋ ਕਿ ਇੱਕ ਸਕੂਲ ਮਾਸਟਰ ਦੇ ਘਰ 2 ਵੇਲੇ ਕੰਮ ਕਰਦੀ ਹੈ। ਉਹ ਇਸ ਕੰਮੋਂ ਬੰਤੇ ਤੇ ਰੋਕਣ ਦੇ ਬਾਵਜੂਦ ਵੀ ਨਹੀਂ ਹਟਦੀ ਤੇ ਮੁਸਕਰਾ ਛੱਡਦੀ ਹੈ। ਇਸ ਕਰਕੇ ਉਸਨੇ ਉਸਨੂੰ ਕਹਿਣਾ ਹੀ ਛੱਡ ਦਿੱਤਾ ਹੈ। ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇੱਕ ਹੋਰ ਨਵਾਂ ਸਾਲ ਨਾਵਲ ਦਾ ਕਾਰਡ ਪਹਿਲਾ ਸਵੇਰ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ। ਧੰਨਵਾਦ।